बिस्मिल्लाहिर्रहमानिर्रहीम अस्सलाम वालेकुम मेरी YouTube फैमिली किवें हो तुसी सारे अल्लाह पाक तुहानू खुश रखे बाद रखे अज तुहाडी भैन तुहाडे सामने अदरक दा कावा लेके आई है। अदरक ए देखण नूं ते एक बूटी जी लगदी है लेकिन ਇਹਦੇ फायदे बेशुमार ने ते थोड़े जे फायदे तुहाडी भैन तुहाडे नाल शेयर करेगी। ते सब तो पहले ਅਸੀਂ कावा पकना उत्ते रखने बिस्मिल्लाहिर्रहमानिर्रहीम। अच्छा जी ਇਹਨੂੰ ਅਸੀਂ ਗਰਮ ਪਾਣੀ ਕਰਨ ਵਾਸਤੇ ਰੱਖ ਦਿੰਨੇ ਆ ਉੱਤੇ ਦੇ ਦਿੰਨੇ ਆ ਢੱਕਣ ਤੇ ਨਾਲ ਇਹਦੇ ਬਾਰੇ ਕਰਨੇ ਆ ਗੱਲਾਂ। ਇਹ ਜਿਹੜਾ ਅਦਰਕ ਹੈ ਨਾ ਇਹਦੇ ਬੇਸ਼ੁਮਾਰ ਫਾਇਦੇ ਨੇ। ਇਹਦਾ ਸਭ ਤੋਂ ਵੱਡਾ ਫਾਇਦਾ ਜਿਹੜਾ ਨਾ ਸਾਹ ਦੀਆਂ ਨਾਲੀ ਦੀਆਂ ਰੁਕਾਵਟਾਂ ਦੂਰ ਕਰਦਾ ਵੇ। ਸਾਹ ਦੀਆਂ ਨਾਲੀ ਦੇ ਜਿੰਨੇ ਮਸਲੇ ਮਸਾਇਲ ਨੇ ਖੰਘ ਆਉਂਦੀ ਹੈ ਖਾਂਸੀ ਆਉਂਦੀ ਹੈ ਠੰਡ ਆ ਜਾਂਦੀ ਹੈ ਤਾਂ ਸਭ ਤੋਂ ਪਹਿਲੇ ਖਾਂਸੀ ਦਾ ਹੀ ਮਸਲਾ ਬਣਦਾ ਵੇ। ਨਿੱਕੇ ਕਾਕਿਆਂ ਤੋਂ ਲੈ ਕੇ ਵੱਡੀਆਂ ਮਾਵਾਂ ਬਜ਼ੁਰਗਾਂ ਤੱਕ ਭੈਣਾਂ ਨੂੰ ਬੜੀ ਤਕਲੀਫ ਹੁੰਦੀ ਹੈ। ਉਹਦਾ ਬਾਰਿਸ਼ ਅੱਲਾ ਕਰੋ ਮੰਗ ਕੇ ਅਸੀਂ ਲਿੱਤੀ ਹੈ। ਬਾਰਿਸ਼ ਤੋਂ ਪਹਿਲੇ ਕਿੰਨਾ ਮਸਲਾ ਸੀ ਹੈ ਕੀ ਕਹਿੰਦੇ ਨੇ ਸਮੋਕਰ ਵਗੈਰਾ ਕੀ ਸਮੋਕ ਹੁੰਦੀ ਆ ਹਾਂ ਜੀ ਸਮੋਕ ਜਿਹਨੂੰ ਕਹਿੰਦੇ ਨੇ ਉਹਦਾ ਮਸਲਾ ਹੁੰਦਾ ਹੈਗਾ। ਸਾਹ ਰੁਕ ਕੇ ਆਉਂਦੇ ਹੈਗੇ ਨੇ ਉਹਦੇ ਵਿੱਚ ਕਾਵਾ ਇਸਤੇਮਾਲ ਕੀਤਾ ਜਾਵੇ। ਉਹ ਕਾਵਾ ਪਕਾਉਣ ਦਾ ਮੈਂ ਨਾਲ ਤੁਹਾਨੂੰ ਤਰੀਕਾ ਵੀ ਦੱਸਾਂਗੀ। ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ, ਨਾਲ ਆਪਣੇ ਅਜ਼ੀਜ਼ਾਂ 'ਚ ਸ਼ੇਅਰ ਵੀ ਕਰਿਆ ਕਰੋ, ਹੋਰਾਂ ਨੂੰ ਵੀ ਫਾਇਦਾ ਹੋ ਜਾਂਦਾ ਹੈ। ਅੱਛਾ ਜੀ ਜਿਹੜਾ ਸੀ ਅੱਜ ਮੈਂ ਕਾਵਾ ਬਣਾਵਾਂਗੀ ਨਾ ਉਹ ਅਦਰਕ ਦਾ ਵੇ। 2 ਇੰਚ ਦਾ ਮੈਂ ਅਦਰਕ ਦਾ ਟੁਕੜਾ ਲਿੱਤਾ ਵੇ, ਇਹਨੂੰ ਮੈਂ ਕੱਟ ਲਿੱਤਾ ਵੇ ਤੇ ਪਾਣੀ ਜ਼ਰਾ ਗਰਮ ਹੋ ਜਾਏ ਤੇ ਬਸ ਇਹਦੇ 'ਚ ਅਸੀਂ ਇਹ ਪਹਿਲੇ ਪਾ ਦਾਂਗੇ ਬਿਸਮਿल्लाहिर्रहमानिर्रहीम। ਇਹਨੂੰ ਅਸੀਂ ਪੱਕਣ ਦੇਣਾ ਹੈ। ਇਹ ਪੱਕਦਾ ਨਾਲ ਤੇ ਮੈਂ ਤੁਹਾਨੂੰ ਫਾਇਦੇ ਦੱਸਣੀ ਆ। ਅੱਛਾ ਇਹ ਅਦਰਕ ਦਾ ਫਾਇਦਾ ਸਿਰਫ ਸੰਸਾਰ ਦੀ ਰੁਕਾਵਟਾਂ ਨੂੰ ਦੂਰ ਨਹੀਂ ਕਰਦਾ, ਇਹ ਸਾਡੇ ਗਿੱਟੇ ਗੋਡੇ ਜਿਹੜੇ ਟੁੱਟੇ ਭੱਜੇ ਰਹਿੰਦੇ ਨੇ ਨਾ ਇਹ ਸਾਡੇ ਵਰਗੀਆਂ ਉਮਰਾਂ 'ਚ ਜਦੋਂ ਪਹੁੰਚ ਕੇ ਅਸੀਂ ਕਹਿੰਦੇ ਲੱਤਾਂ ਘੁੱਟੋ ਬਾਲ ਸਾਡੇ ਕਹਿੰਦੇ ਨੇ ਕਿ ਸਾਡੀਆਂ ਤੁਸੀਂ ਘੁੱਟੋ ਤੇ ਘਬਰਾਉਣ ਦੀ ਕੋਈ ਲੋੜ ਨਹੀਂ। ਇਹ ਜਿਹੜਾ ਮੈਂ ਕਾਵਾ ਅੱਜ ਬਣਾਵਾਂਗੀ ਨਾ ਇਹ ਤੁਹਾਡੇ ਹੋਰ ਸਾਹ ਦੇ ਮਸਲਿਆਂ ਦੇ ਨਾਲ ਨਾਲ ਤੁਹਾਡੇ ਜਿਹੜੀ ਜਿਸਮ 'ਚ ਦਰਦਾਂ ਹੁੰਦੀਆਂ ਹੈਗੀਆਂ ਨੇ ਉਹਦੇ ਵੀ ਇਨਸ਼ਾਅੱਲਾ ਤਾਲਾ ਮਸਲੇ ਹੱਲ ਕਰੇਗਾ। ਇਹ ਜਿਹੜੇ ਮੇਰੇ ਬਜ਼ੁਰਗ ਨੇ ਔਰ ਉਹਨਾਂ ਦੀਆਂ ਲੱਤਾਂ ਦਰਦ ਰਹਿੰਦੀਆਂ ਹੈਗੀਆਂ ਨੇ ਘੁੱਟਣ ਦੇ ਬਾਵਜੂਦ ਵੀ ਬਾਜ਼ ਦਫਾ ਬੁਢਾਪੇ 'ਚ ਨਾ ਸਖਤ ਹੱਥ ਨਹੀਂ ਬਰਦਾਸ਼ਤ ਹੁੰਦਾ ਹੈਗਾ। ਇੰਝ ਉਹਨਾਂ ਨੂੰ ਤਕਲੀਫ ਹੁੰਦੀ ਹੈ ਫੁੱਲਾਂ ਵਾਂਗਰ ਵੀ ਦਬਾਓ ਤੇ ਉਹਨਾਂ ਨੂੰ ਦਰਦ ਬਹੁਤ ਹੁੰਦੀ ਹੈ ਬਾਲਾਂ ਵਾਂਗਰ। ਉਹਨਾਂ ਨੂੰ ਤੁਸੀਂ ਇਹ ਕਾਵਾ ਬਣਾ ਕੇ ਜਦੋਂ ਦਵੋਗੇ ਇਨਸ਼ਾਅੱਲਾ ਤਾਲਾ ਸਰਦੀਆਂ ਦੇ ਵਿੱਚ ਸਖਤ ਸਰਦੀ ਦੇ ਵਿੱਚ ਪਿਲਾਣਾ ਸ਼ੁਰੂ ਕਰਨਾ ਕਿਉਂਕਿ ਅੱਜ ਕੱਲ੍ਹ ਬਜ਼ੁਰਗਾਂ ਨੂੰ ਬੱਚਿਆਂ ਨੂੰ ਜਵਾਨੀ ਦੇ ਵਿੱਚ ਜਾਂ ਬਲੱਡ ਪ੍ਰੈਸ਼ਰ ਦੇ ਸਿਆਪੇ ਲੱਗ ਜਾਂਦੇ ਨੇ ਤੇ ਨਮਕ ਦਾ ਮਸਲਾ ਹੁੰਦਾ ਹੈਗਾ ਵੇ ਟੈਨਸ਼ਨਾਂ ਬਹੁਤ ਜ਼ਿਆਦਾ ਹੁੰਦੀਆਂ ਹੈਗੀਆਂ ਨੇ ਤੇ ਅਦਰਕ ਜਿਹੜਾ ਹੈਗਾ ਵੇ ਗਰਮ ਹੁੰਦਾ ਵੇ ਤਾਂ ਇਸਤੇਮਾਲ ਜ਼ਿਆਦਾ ਸਰਦੀਆਂ ਨੂੰ ਹੀ ਬਿਹਤਰ ਰਹਿੰਦਾ। ਤੇ ਗੱਲ ਉਧਰ ਹੋ ਰਹੀ ਸੀ ਹਾਂ ਦਰਦਾਂ ਵੱਲ ਦੀ ਤੇ ਗਿੱਟੇ ਗੋਡਿਆਂ 'ਚ ਦਰਦ ਹੁੰਦੀ ਹੈ, ਗੋਡਿਆਂ ਪੀੜ ਹੁੰਦੇ ਨੇ, ਲੱਕ ਟੁੱਟਦਾ ਵੇ, ਜਿਸ ਤਰ੍ਹਾਂ ਦੀਆਂ ਵੀ ਦਰਦਾਂ ਹਨ ਉਹਦੇ ਵਿੱਚ ਵੀ ਕਾਵਾ ਬੇਸ਼ੁਮਾਰ ਇਹਦੇ ਫਾਇਦੇ ਹੈਗੇ ਨੇ। ਤੇ ਜਿਨ੍ਹਾਂ ਬੱਚਿਆਂ ਦੇ ਕੁਛ ਮਸਲੇ ਮਸਾਇਲ ਐਸੇ ਨੇ ਜਿਹੜੇ ਮੈਂ ਨਾਂ ਨਹੀਂ ਲਵਾਂਗੀ ਸਮਝ ਗਏ ਹੋਣਗੀਆਂ ਮੇਰੀਆਂ ਭੈਣਾਂ ਵੇਖਣ ਵਾਲੀਆਂ ਉਹਦੇ ਵਿੱਚ ਵੀ ਇਹ ਕਾਵਾ ਬਹੁਤ ਜ਼ਿਆਦਾ ਫਾਇਦੇਮੰਦ ਹੈ। ਗਰਮ ਹੈਗਾ ਵੇ ਉਹਨਾਂ ਦੀਆਂ ਦਰਦਾਂ ਵਗੈਰਾ ਜਦੋਂ ਹੁੰਦੀਆਂ ਨੇ ਉਹਨਾਂ ਨੂੰ ਇਹ ਬਹੁਤ ਫਾਇਦੇਮੰਦ ਹੈ। ਜਿਹੜੀ ਡਿਲੀਵਰੀ ਤੋਂ ਬਾਅਦ ਪੇਟ ਦਾ ਮਸਲਾ ਹੁੰਦਾ ਹੈਗਾ ਵੇ ਉਹਦੇ 'ਚ ਬਹੁਤ ਜ਼ਿਆਦਾ ਇਹ ਫਾਇਦੇਮੰਦ ਕਾਵਾ ਵੇ। ਤੇ ਸਾਡਾ ਦੇਖੋ ਇਹ ਪਾਣੀ ਪੱਕ ਰਿਹਾ ਹੈਗਾ ਵੇ ਚੰਗੀ ਤਰ੍ਹਾਂ ਜੋਸ਼ ਤੇਜ਼ ਅੱਗ ਤੇ ਅਸੀਂ ਜ਼ਰਾ ਪਕਾਵਾਂਗੇ। ਤੇ ਜਦੋਂ ਦਰਦਾਂ ਵਗੈਰਾ ਹੁੰਦੀਆਂ ਨੇ ਮਿਹਦੇ ਦੇ ਵਿੱਚ ਸੋਜਨ ਵਗੈਰਾ ਹੋਵੇ ਕਿਉਂਕਿ ਇੱਕ ਚੀਜ਼ ਦਾ ਇੱਕ ਫਾਇਦਾ ਨਹੀਂ ਅੱਲਾਹ ਸੋਨੇ ਨੇ ਜਿਹੜੀਆਂ ਸ਼ਾਵਾਂ ਉਤਾਰੀਆਂ ਨੇ ਨਾ ਉਹਦੇ ਫਾਇਦੇ ਬੇਸ਼ੁਮਾਰ ਹੈਗੇ ਨੇ। ਅਸੀਂ ਇੱਕ ਰੁਖ ਤੋਂ ਦੇਖਾਂਗੇ ਤੇ ਉਹਦੀ ਕਹਾਣੀ ਸ਼ੁਰੂ ਕਰਾਂਗੇ ਤੇ ਯਕੀਨ ਕਰਾਂਗੇ ਗਿਣਨ ਤੇ ਟਾਈਮ ਜ਼ਿਆਦਾ ਲੱਗ ਜਾਂਦਾ ਵੇ ਤੇ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ। ਤੇ ਗੱਲ ਸਾਹ ਦੀ ਅੱਜ ਮੈਂ ਦੱਸਾਂਗੀ ਤੇ ਦਰਦਾਂ ਦੀ ਦੱਸਾਂਗੀ। ਤੇ ਜਿਹੜੇ ਬੱਚੇ ਜਿਹੜੇ ਬਹੁਤ ਛੋਟੇ ਬੱਚੇ ਜਿਹੜੇ ਠਕ ਠਕ ਦੇ ਸੀਨੇ ਦੀਆਂ ਆਵਾਜ਼ਾਂ ਆਉਂਦੀਆਂ ਨੇ ਖੜਕਦਾ ਵੇ ਸੀਨਾ ਜਿਹਨੂੰ ਛਾਤੀ ਇੰਝ ਹੁੰਦੀ ਜਿਵੇਂ ਬੂਹਾ ਖੜਕਿਆ ਵੇ ਉਸ ਤਰ੍ਹਾਂ ਠੱਪ ਠੱਪ ਦੀਆਂ ਆਵਾਜ਼ਾਂ ਆਉਂਦੀਆਂ ਨੇ ਉਹਨਾਂ ਨੂੰ ਛਾਤੀ ਉੱਤੇ ਨਾਲੇ ਤੁਸੀਂ ਲਾਇਆ ਕਰੋ ਆਪਾਂ ਕੀ ਕਹਿੰਦੇ ਨੇ ਉਹਨੂੰ ਬਲਗਮ ਸੌਰੀ ਮਾਫ ਕਰਨਾ ਉਹਨੂੰ ਕੀ ਕਹਿੰਦੇ ਨੇ ਵਿਕਸ ਹਾਂ ਉਹਨੂੰ ਵਿਕਸ ਲਾਇਆ ਕਰੋ ਤੇ ਨਾਲ ਚਮਚੀ ਦੇ ਨਾਲ ਸ਼ਹਿਦ ਪਾ ਕੇ ਬਾਰ-ਬਾਰ ਮੈਂ ਕਹਿੰਦੀ ਹਾਂ ਛੋਟੀ ਮੱਖੀ ਦਾ ਸ਼ਹਿਦ ਲੱਭਿਆ ਕਰੋ। ਠੰਡ ਆਉਣ ਤੋਂ ਪਹਿਲੇ ਛੋਟੀ ਮੱਖੀ ਦਾ ਸ਼ਹਿਦ ਲੱਭਿਆ ਕਰੋ। ਇਹ ਮਾਰਕੀਟਾਂ 'ਚ ਜਿਹੜੇ ਸ਼ਹਿਦ ਮਿਲਦੇ ਨੇ ਝੂਠ ਬੋਲਦੇ ਨੇ ਉਹੀ ਡੱਬਿਆਂ 'ਚ ਚੀਨੀ ਪਾ ਕੇ ਮੱਖੀਆਂ ਨੂੰ ਪਿਆਈ ਜਾਂਦੇ ਨੇ। ਖਾਲਸ ਮੱਖੀ ਦਾ ਸ਼ਹਿਦ ਜੇ ਤੁਹਾਨੂੰ ਕਿਧਰੋਂ ਲੱਭ ਜਾਏ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਉਹ ਪਿਆਓ। ਜਿਨ੍ਹਾਂ ਨੂੰ ਸ਼ੂਗਰ ਦਾ ਮਸਲਾ ਹੈਗਾ ਉਹਨਾਂ ਦਾ ਜ਼ਰਾ ਇਹਤਿਆਤ ਕਰਨਾ। ਸਾਡਾ ਜਦੋਂ ਪਾਣੀ ਪਕਣਾ ਸ਼ੁਰੂ ਹੋ ਜਾਏ ਨਾ ਇਹਦੇ ਵਿੱਚੋਂ ਅਸੀਂ 2 ਚੀਜ਼ਾਂ ਹੋਰ ਐਡ ਕਰਨੀਆਂ ਨੇ। ਇਹ ਦਾਲਚੀਨੀ ਹੈ ਇਹ ਦੇ ਸਕਦੇ ਹੋ 1 ਇੰਚ 1.5 ਇੰਚ ਤੱਕ ਕਰਿਆ ਪਾਣੀ ਇਹਨੂੰ ਵੀ ਬਹੁਤਾ ਤੇਜ਼ ਨਹੀਂ ਕਰਨਾ ਬਲੱਡ ਪ੍ਰੈਸ਼ਰ 'ਚ ਨੁਕਸਾਨ ਦੇਣਾ। ਨਾਲ ਥੋੜੀ ਸੌਂਫ ਪਾਣੀ ਹੈ। ਇਹ ਜਿਹੜਾ ਨਾ ਮਿਹਦੇ ਦੇ ਵੀ ਇਹਦੇ 'ਚ ਬਹੁਤ ਜ਼ਿਆਦਾ ਫਾਇਦੇ ਨੇ। ਇਹਦਾ ਸਾਹ ਦੇ 'ਚ ਬਹੁਤ ਜ਼ਿਆਦਾ ਬੈਨੀਫਿਟ ਇਹਦੇ ਤੁਹਾਨੂੰ ਮਿਲਣਗੇ। ਬਿਸਮਿल्लाहिर्रहमानिर्रहीम। ਇਹਦੇ 'ਚ ਕੋਈ ਪੱਤੀ ਨਹੀਂ ਪਾਣੀ ਕੁਛ ਨਹੀਂ ਪਾਣਾ ਚੰਗਾ ਪਕਾਣਾ ਹੈਗਾ ਵੇ। ਜਦੋਂ ਤੁਸੀਂ ਇਹਨੂੰ ਚੰਗਾ ਪਕਾਓਗੇ ਅੱਧੋ ਅੱਧ ਨਹੀਂ ਇੱਕ ਹਿੱਸਾ ਪਾਣੀ ਦਾ ਖੁਸ਼ਕ ਕਰ ਦੇਣਾ ਇੰਨਾ ਕੁ ਪਕਾਣਾ 2 ਹਿੱਸੇ ਰਹਿ ਜਾਵੇ। ਤੁਸੀਂ ਆਪਣੇ ਬਜ਼ੁਰਗਾਂ ਨੂੰ ਅੱਲਾ ਦਾ ਨਾਂ ਲੈ ਕੇ ਸੋਲ ਗਿਆ ਪਿਲਾਓ ਨਾਲ ਉਹਨਾਂ ਨੂੰ ਤੁਸੀਂ ਦੇਸੀ ਅੰਡਾ ਖਵਾਓ ਨਾਲ ਉਹਨਾਂ ਦੀਆਂ ਦੁਆਵਾਂ ਲਵੋ ਨਾਲ ਪੋਲਾ ਉਹਨਾਂ ਨੂੰ ਕੁੱਟੋ ਨਾਲ ਉਹਨਾਂ ਨੂੰ ਮਿੱਠਾ ਕਾਵਾ ਪਿਆਓ ਉਹਨਾਂ ਕੋਲੋਂ ਉਹਨਾਂ ਦਾ ਦਿਲ ਰਾਜ਼ੀ ਕਰੋ ਉਹਨਾਂ ਨੇ ਕਾਵਾ ਪਿਆਓ ਇਨਸ਼ਾਅੱਲਾ ਤਾਲਾ ਉਹਨਾਂ ਨੂੰ ਮਜ਼ਾ ਆਏਗਾ ਨਾਲੇ ਉਹਨਾਂ ਨੂੰ ਫਾਇਦਾ ਵੀ ਹੋਏਗਾ। ਉਹ ਜਿਹੜਾ ਬਾਰ-ਬਾਰ ਬਾਲਾਂ ਨੂੰ ਆਵਾਜ਼ ਦਿੰਦੇ ਨੇ ਵੀ ਕਾਕਿਓ ਆ ਕੇ ਮੇਰੀਆਂ ਲੱਤਾਂ ਘੁੱਟਦਾ ਘਟਦਾ ਕੋਈ ਨਹੀਂ ਹੈ ਤੇ ਕੋਈ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੈਗੇ
ਤੇ ਘੁੱਟਣ ਵਾਲੇ ਵੀ ਵਿੱਚ ਹੁੰਦੇ ਨੇ, ਲੇਕਿਨ ਬੁੱਢਿਆਂ ਕੋਲੋਂ ਵਿਚਾਰਿਆਂ ਕੋਲੋਂ ਨਾ ਸਖਤ ਹੱਥ ਨਹੀਂ ਲਵਾਏ ਜਾਂਦੇ, ਉਹਨਾਂ ਨੂੰ ਨਾ ਜਰਾ ਮਾੜਾ ਮਾੜਾ ਹੱਥ ਲਾਇਆ ਪੋਲਾ ਪੋਲਾ ਕਰਕੇ ਤੇ ਇੰਜ ਕੁੱਟਿਆ ਕਰੋ। ਮੇਰਾ ਆਪਣਾ ਕਾਕਾ ਕਦੀ ਕਹਾਂ ਨਾ ਵੇ ਆ ਕੇ ਮੈਨੂੰ ਕੁੱਟ ਦੇ, ਯਕੀਨ ਕਰੋ ਮਾਸ਼ਾਅੱਲਾ ਜਵਾਨ ਹੈ ਨਾ, ਤੇ ਉਹ ਜਰਾ ਸਖਤ ਸਖਤ ਹੱਥ ਲੈ ਕੇ ਮੈਂ ਕਹਾਂਗੀ ਅੱਲਾ ਦਾ ਵਾਸਤਾ ਹੀ ਹੌਲੀ ਕੁੱਟ ਹੌਲੀ ਕੁੱਟ। ਗੱਲ ਇਹਨਾਂ ਦਾ ਕਸੂਰ ਨਹੀਂ, ਜਵਾਨੀ ਹੈ, ਜਵਾਨੀ ਚ ਇੰਦੇ ਹੀ ਹੱਥ ਹੁੰਦੇ ਨੇ। ਗੱਲਾਂ ਕਰਾਂ ਸਾਡਾ ਨਾਲ ਕਾਵਾ ਵੀ ਪੱਕ ਗਿਆ ਤਾਂ ਮਾਸ਼ਾਅੱਲਾ ਰੰਗ ਵੇਖ ਲਓ ਕਿਸ ਤਰ੍ਹਾਂ ਪੀਲਾ ਹੋਣਾ ਚਾਹੀਦਾ ਵੇ, ਇਸ ਤਰ੍ਹਾਂ ਜਿਸ ਤਰ੍ਹਾਂ ਕਿ ਹਲਦੀ ਦਾ ਕਲਰ ਹੁੰਦਾ, ਨੈਚੁਰਲ ਕਲਰ ਆ ਗਿਆ ਦਾ। ਠੀਕ ਹੈ, ਇਹ ਥੋੜੀ ਦੇਰ ਚ ਬਸ ਤਿਆਰ ਹੋ ਜਾਏਗਾ। ਤੇ ਕੀ ਕਹਿੰਦੇ ਹੈਗੇ ਨੇ ਜਿਹਨੂੰ ਜ਼ੁਕਾਮ ਬਲਗਮ ਫਸਿਆ ਰਹਿੰਦਾ, ਜਿਹਨੂੰ ਅਕਸਰ ਡਾਕਟਰ ਕਹਿ ਦਿੰਦੇ ਹੈਗੇ ਨੇ ਨੱਕ ਦੀ ਹੱਡੀ ਵਧੀ ਹੋਈ ਆਪਰੇਸ਼ਨ, ਉਹਨੂੰ ਆਪਰੇਸ਼ਨ ਤੇ ਜਿਹੜਾ ਕਰਵਾਉਣਾ ਮੇਰਾ ਆਪਣਾ ਹੋਇਆ ਹੋਇਆ ਹੈ, ਲੇਕਿਨ ਇਹ ਵੇ ਕਿ ਕਾਵਾ ਵਗੈਰਾ ਦਾ ਵੀ ਇਸਤੇਮਾਲ ਕਰੋ। ਇਹਦੇ ਬਹੁਤ ਜ਼ਿਆਦਾ ਫਾਇਦੇ ਨੇ। ਜਿਹੜੇ ਤਰੀਕੇ ਨਾਲ ਮੈਂ ਕਾਵਾ ਬਣਾਇਆ ਵੇ, ਇਹ ਦੇਖੋ ਮਾਸ਼ਾਅੱਲਾ ਹੁਣ ਸਾਡਾ ਕਾਵਾ ਪੱਕਣ ਦੇ ਕਰੀਬ ਹੋ ਗਿਆ ਵੇ। ਚੁੱਲ੍ਹਾ ਅਸੀਂ ਤੁਹਾਨੂੰ ਬੰਦ ਕਰ ਦੇਵਾਂਗੇ, ਇਹ ਥੋੜਾ ਠੰਡਾ ਹੋ ਜਾਵੇ। ਤੇ ਨੀਮ ਗਰਮ ਬਜ਼ੁਰਗਾਂ ਨੂੰ ਦਿਆ ਕਰੋ, ਵਿਚਾਰਿਆਂ ਦਾ ਮੂੰਹ ਨਾ ਸਾੜ ਦਿਆ ਕਰੋ, ਗਰਮ ਗਰਮ ਤਤਾ ਤਤਾ ਨਾ ਦੇ ਦਿਆ ਕਰੋ। ਬੜੀ ਮੁਹੱਬਤ ਨਾਲ ਬੜੇ ਪਿਆਰ ਨਾਲ ਉਹਨਾਂ ਨੂੰ ਪਾ ਕੇ ਪੇਸ਼ ਕਰਿਆ ਕਰੋ। ਨਿੱਕੇ ਬਾਲਾਂ ਨੂੰ ਫੀਡਰ 'ਚ ਪਾ ਕੇ ਉਹਨਾਂ ਵਿੱਚ ਸ਼ਹਿਦ ਪਾ ਲਵੋ ਜਾਂ ਚੀਨੀ ਪਾ ਲਵੋ, ਲੇਕਿਨ ਬਜ਼ੁਰਗਾਂ ਨੂੰ ਸ਼ੂਗਰ ਵਗੈਰਾ ਹੋਏ ਤੇ ਧਿਆਨ ਦੇ ਨਾਲ ਦੇਣਾ। ਠੀਕ ਹੈ, ਤੇ ਤੁਹਾਨੂੰ ਮੇਰੀ ਵੀਡੀਓ ਕਿਹੋ ਜਿਹੀ ਲੱਗਦੀ, ਤੁਸੀਂ ਕੋਈ ਮੈਨੂੰ ਕਮੈਂਟ ਵਗੈਰਾ ਤੇ ਕੀਤਾ ਨਹੀਂ ਹੈਗਾ ਕਿ ਮੈਂ ਤੁਹਾਡੇ ਵਾਸਤੇ ਰੋਜ਼ ਕਾਵੇ ਦੀ ਵੀਡੀਓ ਲੈ ਕੇ ਆ ਰਹੀ ਹਾਂ। ਮੇਰੇ ਕੁਕਿੰਗ ਚੈਨਲ ਦਾ ਜਿਹੜੇ ਆ ਕੁਕਿੰਗ ਦੀਆਂ ਵੀ ਚੀਜ਼ਾਂ ਭੇਜਦੀਆਂ, ਉਹਦਾ ਵੀ ਵਿਜ਼ਿਟ ਕਰਿਆ ਕਰੋ। ਤੇ ਨਵਾਂ ਚੈਨਲ ਸ਼ੁਰੂ ਕੀਤਾ, ਮੇਰੀਆਂ ਰੈਸਪੀਆਂ ਤੁਹਾਨੂੰ ਕਿਹੋ ਜਿਹੀਆਂ ਲੱਗਦੀਆਂ ਪਈਆਂ, ਤੇ ਅਗਰ ਤੁਹਾਨੂੰ ਅੱਛੀਆਂ ਲੱਗਦੀਆਂ ਮੈਨੂੰ ਦੱਸੋ। ਜੇ ਤੁਹਾਡੇ ਕੁਝ ਤੁਸੀਂ ਪੁੱਛਣਾ ਚਾਹੁੰਦੇ ਹੋ, ਅਗਰ ਮੈਨੂੰ ਪਤਾ ਹੋਇਆ ਤੁਹਾਨੂੰ, ਮੈਂ ਕਿਹਾ ਸੀ ਜੱਗ ਬੀਤੀ ਕਿ ਹੱਡ ਬੀਤੀ, ਇਹ ਹੱਡ ਬੀਤੀਆਂ ਨੇ। ਅਸੀਂ ਆਪ ਆਪਣੇ ਬਜ਼ੁਰਗਾਂ ਕੋਲੋਂ ਸੁਣੀਆਂ ਨੇ, ਆਪ ਆਪਣੇ ਵਰਤਨੇ। ਅਸੀਂ ਇਹਨਾਂ ਸ਼ਾਵਾਂ ਤੋਂ ਦੂਰ ਹੋ ਗਏ ਹੋਇਆ। ਅੱਜ ਕੱਲ੍ਹ ਅਸੀਂ ਅੰਗਰੇਜ਼ੀ ਚੀਜ਼ਾਂ ਮਜ਼ਦੂਰ ਪਿਆ, ਖੰਘ ਆਈ ਨਹੀਂ ਸ਼ਰਬਤ ਫੜ ਲਿੱਤਾ, ਖੰਘ ਆਈ ਨਹੀਂ ਡਾਕਟਰ ਭਾਈ। ਉਹ ਅੱਲਾ ਦੇ ਬੰਦੇ ਦੇਸੀ ਸ਼ਾਵਾਂ ਵੀ ਇਸਤੇਮਾਲ ਕਰਕੇ ਵੇਖੋ, ਡਾਕਟਰਾਂ ਕੋਲ ਜ਼ਰੂਰ ਜਾਓ, ਲੇਕਿਨ ਇਹ ਚੀਜ਼ਾਂ ਦਾ ਇਸਤੇਮਾਲ ਕਰਕੇ ਵੇਖੋ, ਇਹਦਾ ਤੁਹਾਨੂੰ ਨੁਕਸਾਨ ਕੋਈ ਨਹੀਂ ਹੋਏਗਾ। ਜਿਨ੍ਹਾਂ ਦੀ ਪੁਰਾਣੀ ਕਬਜ਼ ਹੈਗੀ ਹੈ ਨਾ, ਉਹਦੇ 'ਚ ਵੀ ਇਹ ਫਾਇਦਾ ਦਿੰਦਾ ਹੈ, ਪਰ ਸ਼ਹਿਦ ਦਾ ਇਸਤੇਮਾਲ ਕਰਨਾ ਹੈਗਾ ਵੇ। ਰਾਤ ਨੂੰ ਸੌਣ ਲੱਗਿਆ ਦੋ, ਜਿਹਨਾਂ ਨੂੰ ਕਬਜ਼ ਵਗੈਰਾ ਹੋਵੇ ਉਹਦੇ ਸ਼ਹਿਦ ਦਾ ਚਮਚਾ ਪਾ ਕੇ ਦੇਵੋ। ਇਨਸ਼ਾਅੱਲਾ 2-3 ਦਿਨਾਂ 'ਚ ਉਹਨਾਂ ਦਾ ਵੀ ਮਸਲਾ ਹੱਲ ਹੋ ਜਾਏਗਾ। ਸਾਰਾ ਮਸਲਾ ਤੇ ਐਡਾ ਸੋਹਣਾ ਹੱਲ ਹੁੰਦਾ। ਤੇ ਗਿੱਟੇ ਗੋਡੇ ਜਿਨ੍ਹਾਂ ਦੇ ਦਰਦ ਹੁੰਦੇ ਨੇ, ਜਿਹੜੇ ਹਾਏ ਹਾਏ ਕਰਦੇ ਨੇ ਬਜ਼ੁਰਗ, ਰਾਤ ਨੂੰ ਆਵਾਜ਼ਾਂ ਆਉਂਦੀਆਂ ਨੇ, ਉਹਨਾਂ ਨੂੰ ਤੁਸੀਂ ਸੌਣ ਲੱਗਿਆ ਰਜ਼ਾਈ 'ਚ ਵਾੜ ਕੇ ਨਾਲ ਦੇਸੀ ਅੰਡਾ ਬਾਲਣਾ, ਨਾਲ ਸੋਹਣੀ ਤਰ੍ਹਾਂ ਕਾਵਾ ਬਣਾਉਣਾ, ਉਹਨਾਂ ਕੋਲੋਂ ਨਾਲ ਦੁਆਵਾਂ ਲਵੋ, ਨਾਲ ਉਹਨਾਂ ਨੂੰ ਕਾਵਾ ਪਿਆਓ। ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਤੇ ਆਪਣੀ ਭੈਣ ਦੇ ਉਹ ਜਿਹੜਾ ਲਾਈਕ ਦਾ ਬਟਨ ਹੈ ਉਹ ਜ਼ਰੂਰ ਦਬਾਇਆ ਕਰੋ, ਉਹ ਲਾਲ ਰੰਗ ਦਾ ਬਟਨ ਪ੍ਰੈਸ ਕਰ ਦਿਆ ਕਰੋ, ਘੰਟੀ ਦਾ ਬਟਨ ਨੂੰ ਵੀ ਦਬਾ ਦਿਆ ਕਰੋ, ਤਾਂ ਕਿ ਮੇਰੀ ਵੀਡੀਓ ਤੁਹਾਡੇ ਤੱਕ ਆਪਣੋ ਆਪ ਆਏ। ਅੱਲਾਹ ਪਾਕ ਜਿੱਥੇ ਜਿੱਥੇ ਤੁਸੀਂ ਰਹੋ ਤੁਹਾਨੂੰ ਖੁਸ਼ ਰੱਖੇ, ਬਾਦ ਰੱਖੇ, ਹਰ ਦੁੱਖ ਦੇ ਤੁਹਾਨੂੰ ਬਿਮਾਰੀ ਤੋਂ ਬਚਾਵੇ। ਇਹ ਕਾਵਾ ਜ਼ਰੂਰ ਪੀਣਾ, ਤੁਹਾਨੂੰ ਮੈਂ ਕੱਪ 'ਚ ਪਾ ਕੇ ਦਿਖਾਉਂਦੀ ਹਾਂ। ਬਿਸਮਿल्लाहिर्रहमानिर्रहीम। ਅਲਹਮਦੁਲਿਲਾ ਅਲਹਮਦੁਲਿਲਾ। ਅੱਲਾਹ ਸੋਹਣੇ ਨੇ ਸਾਡੇ ਵਾਸਤੇ ਇੰਨੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਨੇ, ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਹੋ ਗਏ ਹਾਂ। ਇਹ ਮੇਰੇ ਪ੍ਰਦੇਸ਼ 'ਚ ਰਹਿਣ ਵਾਲੇ ਜਿਹੜੇ ਭੈਣ ਭਰਾ ਨੇ, ਉਹ ਵੀ ਜ਼ਰੂਰ ਦੇਖਣ ਇਹਨਾਂ ਚੀਜ਼ਾਂ ਵੱਲ, ਵਾਪਸ ਆਓ। ਇਹਨਾਂ ਚੀਜ਼ਾਂ ਦੇ ਬਹੁਤ ਫਾਇਦੇ ਨੇ। ਅੱਜ ਕੱਲ੍ਹ ਤੇ ਬਣੀਆਂ ਬਣਾਈਆਂ ਚੀਜ਼ਾਂ ਮਿਲਦੀਆਂ, ਥੈਲੀਆਂ ਦੀ ਸੂਰਤ 'ਚ ਲਟਕਾ ਦਿੰਦੇ ਨੇ ਕੱਪ ਦੇ ਵਿੱਚ। ਉਹ ਥੈਲੀਆਂ ਜੇ ਮੈਨੂੰ ਤਾਂ ਕੋਈ ਨਹੀਂ ਜੇ ਚੰਗੀਆਂ ਲੱਗਦੀਆਂ, ਨਾ ਮੈਨੂੰ ਉਹਦਾ ਤਾਂ ਕੋਈ ਯਕੀਨ ਹੈ। ਆਪ ਚੀਜ਼ ਲਿਆਵੋ, ਆਪਣੇ ਹੱਥਾਂ ਨਾਲ ਸਾਫ਼ ਕਰੋ, ਉਹਨਾਂ ਨੂੰ ਆਪ ਪਕਾਵੋ ਚੁੱਲ੍ਹੇ ਤੇ। ਤੁਹਾਨੂੰ ਪਤਾ ਚਲੋ ਥੈਲੀਆਂ ਚੱਲਾ ਜਾਣੇ, ਕਿਦੋਂ ਦੇ ਥੈਲੀਆਂ ਭਰ ਕੇ ਧਾਗਾ ਜਿਹਾ ਲਟਕਾ ਦਿੰਦੇ ਨੇ। ਲੋ ਜੀ ਅੰਗਰੇਜ਼ੀ ਮੁਲਕ ਦੇ ਵਿੱਚ ਆਪਣੇ ਦੇਸੀ ਸਟਾਈਲ ਵੱਲ ਵਾਪਸ ਆਵੋ, ਜੋ ਸਾਡਾ ਕਲਚਰ ਹੈ ਉਹਦੇ 'ਚ ਆਵੋ। ਇਨਸ਼ਾਅੱਲਾ ਤਾਲਾ ਬਿਮਾਰੀਆਂ ਤੋਂ ਵੀ ਦੂਰ ਰਵਾਂਗੇ ਔਰ ਸਕੂਨ ਵੀ ਮਿਲੇਗਾ। ਸਾਫ਼ ਸੁਥਰੇ ਹੱਥਾਂ 'ਚ ਚੀਜ਼ਾਂ ਪਕਾਇਆ ਕਰੋ, ਥੈਲੀਆਂ ਛਾਲੀਆਂ ਮਤ ਵਰਤਿਆ ਕਰੋ। ਕੋਸ਼ਿਸ਼ ਕਰਿਆ ਕਰੋ ਕਿ ਤਾਜ਼ੀਆਂ ਨੈਚੁਰਲ ਚੀਜ਼ਾਂ ਦਾ ਇਸਤੇਮਾਲ ਕਰੋ। ਦਵਾਈ ਦਾ ਵੀ ਇਸਤੇਮਾਲ ਕਰੋ। ਦਵਾਈ ਤੋਂ ਨਹੀਂ ਮੈਂ ਕਹਿੰਦੀ ਕਿ ਆਪਣੇ ਆਪ ਨੂੰ ਦਵਾਈ ਤੋਂ, ਮੇਰਾ ਕਾਵਾ ਪੀਂਦੇ ਹੋਏ ਦਵਾਈ ਮਤਲਬ ਮੈਨੂੰ ਦੁਆਵਾਂ ਦਿਓ। ਉਹ ਭੈਣ ਨੇ ਕਾਵਾ ਦੱਸਿਆ ਸੀ ਤੇ ਦਵਾਈ ਨਹੀਂ ਪੀਤੀ, ਝੋਲੀਆਂ ਚੁੱਕ ਕੇ। ਉਹ ਮੈਨੂੰ ਦੁਆਵਾਂ ਦੀ ਲੋੜ ਹੈ, ਦੁਆਵਾਂ ਦੇਣਾ ਤੇ ਕਾਵਾ ਪੀਓ, ਦਵਾਈਆਂ ਵੀ ਖਾਓ। ਤੇ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਬਾਦ ਰੱਖੇ। ਅੱਜ ਦੀ ਵੀਡੀਓ ਦੇ ਇੱਥੇ ਖਤਮ ਕਰਨੇ ਆ। ਇਨਸ਼ਾਅੱਲਾ ਜ਼ਿੰਦਗੀ ਰਹੀ, ਰੱਬ ਸੋਹਣੇ ਨੇ ਚਾਹਿਆ ਤੇ ਇਨਸ਼ਾਅੱਲਾ ਕੱਲ੍ਹ ਇੱਕ ਹੋਰ ਕਾਵੇ ਦੇ ਨਾਲ ਤੁਹਾਡੀ ਕਿਸਮਤ 'ਚ ਹਾਜ਼ਰ ਹੋਵਾਂਗੀ, ਖਿਦਮਤ 'ਚ ਹਾਜ਼ਰ ਹੋਵਾਂਗੀ। ਔਰ ਇਨਸ਼ਾਅੱਲਾ ਨਾਲ ਫਿਰ ਅੱਜ ਮੈਂ ਬਣਾਏ ਨੇ ਗੋਭੀ ਦੇ ਕੋਫਤੇ, ਤੇ ਮੇਰੇ ਚੈਨਲ ਤੇ ਉਹ ਵੀ ਜ਼ਰੂਰ ਟਰਾਈ ਕਰਨਾ। ਇਨਸ਼ਾਅੱਲਾ ਬਣਾ ਕੇ ਵੇਖਣਾ, ਬੜੇ ਸਵਾਦੀ ਬਣੇ ਜੇ। ਮੇਰੇ ਘਰ ਵਾਲਿਆਂ ਨੇ ਬੜੀ ਤਾਰੀਫ ਕੀਤੀ, 2 ਘਰਾਂ 'ਚ ਭੇਜੇ, ਉਹਨਾਂ ਨੇ ਵੀ ਨਾ ਬੜੀ ਦਾਤ ਦਿੱਤੀ ਹੈ, ਕਹਿੰਦੀ ਵਾਹਵਾ ਤਾਂ ਚੰਗੀਆਂ ਚੀਜ਼ਾਂ ਬਣਾ ਲੈਣੀ। ਮੈਂ ਕਿਹਾ ਬਸ ਵੇਖ ਲੋ, ਸ਼ੁਗਰ ਹੈ, ਕੱਲ੍ਹ ਇਨਸ਼ਾਅੱਲਾ ਮੈਂ ਬਣਾਉਣ ਦਾ ਇਰਾਦਾ ਜੇ ਗਜਰੇਲਾ ਵੀ। ਤੇ ਅੱਲਾ ਚੰਗੀਆਂ ਕਰੇਗਾ। ਅੱਲਾ ਹਾਫਿਜ਼।